ਧੰਨ ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾਂ ਹੋ ਮਿਆਂ, तेरी कवन वडाई। जो तू देहे सो कहाँ स्वामी, मैं मूरख कहन न जाई। मैं मूरख की केतक बात है, कोट पराधी तरियारे। गुरु नानक जिन सुनिया पेखिया, से फिर गर्भास न भरिया रे। सतनाम श्री वाहिगुरु साहिब जी। गुजरी श्री रविदास जी के पदे, घर तीजा एक ओंकार। सतगुर प्रसाद दूध ता बछरै थनो विटारियो, फूल भवर जल मीन विगारियो। माई गोविंद पूजा कहाँ ले चरावूं, अवर न फूल अनूप न पावूं। रहाऊ मैला गर वेरे हैं भयंगा, विख अमृत वसैं एक संगा। धूप दीप नहीं वेदै वासा, कैसे पूज कर हैं तेरी दासा। तन मन अर्पों पूज चरावूं, गुर प्रसाद निरंजन पावूं। पूजा अर्चा आहे न तोरी, कह रविदास कवन गत मोरी। पूजा अर्चा आहे न तोरी, कह रविदास कवन गत मोरी। वाहिगुरु जी का खालसा, वाहिगुरु जी की फतेह। परम सन्मान योग जुगों जुग अटल
ਸਰਵਰੇ ਕਾਇਨਾਤ ਦੇ ਮਾਲਕ, ਭਗਤ ਵਛਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਹੋਏ ਬੈਠੇ ਸਤਸੰਗੀ ਜਨੋਂ, ਸਾਹਿਬਾਂ ਨੇ ਅਪਾਰ ਕਿਰਪਾ ਕੀਤੀ। ਸੰਧਿਆ ਵੇਲੇ ਗੁਰੂ ਦਰ 'ਤੇ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅਸਥਾਨ 'ਤੇ ਭਗਤਾਂ ਦੀ ਬਾਣੀ ਦੀ ਵਿਚਾਰ ਆਰੰਭ ਕੀਤੀ ਹੋਈ ਹੈ। ਭਗਤਾਂ ਨੇ ਜੋ ਭਗਤੀ ਕਰਕੇ ਇੱਕ ਰੂਹਾਨੀ ਜੀਵਨ ਦਾ ਮਾਰਗ ਬਖਸ਼ਿਸ਼ ਕੀਤਾ, ਉਸ ਮਾਰਗ ਨੂੰ ਸਮਝਣ ਵਾਸਤੇ ਉਹਨਾਂ ਦੀ ਬਾਣੀ ਨੂੰ ਆਪਾਂ ਵਿਚਾਰ ਰਹੇ ਹਾਂ ਕਿ ਸਹੀ ਭਗਤੀ ਕੀ ਹੈ, ਪਰਮੇਸ਼ਰ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਅਤੇ ਇਹ ਮਨੁੱਖਾ ਜਿਹੜਾ ਜੀਵਨ ਹੈ ਆਪਾਂ ਕਿਵੇਂ ਸਫਲਾ ਕਰ ਸਕਦੇ ਹਾਂ। ਕਿਉਂਕਿ ਹਰ ਇੱਕ ਮਨੁੱਖ ਆਪੋ ਆਪਣੇ ਤੌਰ ਤਰੀਕੇ ਸੰਸਾਰ ਨੂੰ ਦੱਸਦਾ ਹੈ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਤਨੇ ਮਨੁੱਖ ਉਤਨੀਆਂ ਹੀ ਗੱਲਾਂ ਰੱਬ ਦੀ ਪ੍ਰਾਪਤੀ ਦੇ ਬਾਬਤ ਸੰਸਾਰ 'ਚ ਚੱਲਦੀਆਂ, ਪਰ ਸਹੀ ਰਸਤਾ ਉਹੀ ਦੱਸ ਸਕਦਾ ਜਿਸ ਨੇ ਉਸ ਮੰਜ਼ਿਲ ਨੂੰ ਹਾਸਲ ਕੀਤਾ ਹੋਵੇ, ਉਸ ਦਾ ਨਿਗ ਮਾਣਿਆ ਹੋਵੇ, ਉਹੀ ਸਾਨੂੰ ਉੱਥੇ ਤੱਕ ਪਹੁੰਚਾ ਸਕਦਾ ਹੈ। ਕਿਉਂਕਿ ਇੱਕ ਗੱਲ ਹੁੰਦੀ ਹੈ ਕੇਵਲ ਹਵਾਈ ਗੱਲਾਂ ਕਰਨੀਆਂ, ਇੱਕ ਹੁੰਦੀ ਹੈ ਕਿ ਮਨੁੱਖ ਨੇ ਉਸ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਚੰਗੀ ਤਰ੍ਹਾਂ ਪਰਚੋਲ ਲਿਆ, ਉਸ ਗੱਲ ਨੂੰ ਆਪਣੇ ਜੀਵਨ 'ਚ ਉਤਾਰ ਲਿਆ ਅਤੇ ਆਪਣੇ ਜੀਵਨ ਨੂੰ ਉਸ ਵਿਚਾਰਧਾਰਾ ਵਿੱਚ ਢਾਲ ਲਿਆ, ਜਿਹੜੀ ਵਿਚਾਰਧਾਰਾ ਸਾਨੂੰ ਰੱਬ ਦੇ ਨੇੜੇ ਕਰਦੀ ਹੈ। ਉਹ ਵਿਚਾਰਧਾਰਾ ਹੀ ਸਾਨੂੰ ਜੀਵਨ ਦਾ ਲਕਸ਼ ਸਮਝਾ ਸਕਦੀ ਹੈ। ਸੋ ਆਓ ਅੱਜ ਦੀ ਜੋ ਵਿਚਾਰਧਾਰਾ ਹੈ, ਭਗਤ ਰਵਿਦਾਸ ਜੀ ਜਿਨ੍ਹਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਗੁਜਰੀ ਰਾਗ ਦੇ ਵਿੱਚ ਵੀ ਇਹ ਸ਼ਬਦ ਭਗਤ ਰਵਿਦਾਸ ਜੀ ਦਾ ਦਰਜ ਹੈ। ਆਓ ਇਸ ਦੀ ਵਿਚਾਰ ਨਾਲ ਜੁੜਾਂਗੇ। ਪਾਵਨ ਅੰਕ 525 ਦੇ ਉੱਤੇ ਇਹ ਦਰਗਾਹੀ ਬੋਲ ਦਰਜ ਹਨ। ਸੋ ਇਸ ਸ਼ਬਦ ਦੇ ਰਾਹੀਂ ਭਗਤ ਰਵਿਦਾਸ ਜੀ ਸਮਝਾ ਰਹੇ ਹਨ ਕਿ ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟਾ ਕਰਾਂ, ਕੋਈ ਹੋਰ ਸੁੱਚਾ ਫੁੱਲ ਆਦਿਕ ਮਿਲ ਨਹੀਂ ਸਕਦਾ, ਅਤੇ ਜੇ ਸੁੱਚੀ ਚੀਜ਼ ਮੈਂ ਰੱਬ ਨੂੰ ਅਰਪਣ ਨਹੀਂ ਕਰ ਸਕਦਾ ਅਤੇ ਸੋਹਣੇ ਪ੍ਰਭੂ ਨੂੰ ਪ੍ਰਾਪਤ ਕਿਵੇਂ ਕਰਾਂਗਾ। ਕਿਉਂਕਿ ਲੋਕ ਕਹਿੰਦੇ ਨੇ ਕਿ ਸੁੱਚੀਆਂ ਚੀਜ਼ਾਂ ਰੱਬ ਨੂੰ ਪਸੰਦ ਹਨ, ਰੱਬ ਨੂੰ ਸੁੱਚੀ ਭੇਟ ਚੜਾਈ ਦੀ ਹੈ। ਇਹ ਵੀ ਆਪਾਂ ਅੱਜ ਦੇ ਸ਼ਬਦ ਰਾਹੀਂ ਸਮਝਣ ਦਾ ਯਤਨ ਕਰਨਾ, ਕਿਉਂਕਿ ਕਿਤਨੇ ਭੁਲੇਖੇ ਵਿੱਚੋਂ ਅਸੀਂ ਸੰਸਾਰ ਦੇ ਵਿੱਚ ਜਿਉਂਦੇ ਹਾਂ। ਕੋਈ ਚੀਜ਼ ਹੈ ਉਸ ਦਾ ਪਿਛੋਕੜ ਨਾ ਦੇਖਦੇ ਹੋਏ ਜਦੋਂ ਉਹ ਧਾਰਮਿਕ ਸਥਾਨ 'ਤੇ ਪਹੁੰਚ ਜਾਂਦੀ ਹੈ ਅਤੇ ਕੋਈ ਇਸ ਨੂੰ ਹੱਥ ਵੀ ਲਾ ਦੇਵੇ ਤਾਂ ਵੀ ਅਸੀਂ ਕਹਿੰਦੇ ਵੀ ਇਹ ਸੁੱਚੀ ਨਹੀਂ ਰਹੀ, ਪਰ ਉਹ ਚੀਜ਼ ਤਾਂ ਪਹਿਲਾਂ ਹੀ ਝੂਠੀ ਹੋਈ ਹੈ। ਸਿਰਫ ਸਾਡੇ ਮਨ ਦਾ ਇੱਕ ਭੁਲੇਖਾ ਹੈ ਸੁਚਮਤਾ ਦਾ, ਬਾਹਰਲੇ ਕਰਮ ਕਾਂਡਾਂ ਦਾ ਜੋ ਸਾਡੇ ਉੱਤੇ ਪ੍ਰਭਾਵ ਪਿਆ ਹੋਇਆ। ਆਓ ਜਿਹੜੀ ਵਿਚਾਰਧਾਰਾ ਅੱਜ ਦੇ ਸ਼ਬਦ ਵਿੱਚ ਭਗਤ ਜੀ ਨੇ ਸਾਡੇ ਸਮਕਸ਼ ਰੱਖੀ ਹੈ,
इस विचारधारा नाल जुड़ांगे। मनोबिरतियां सारे एकाग्र करो जी। साहिबां नूं झुकाओ शीस प्रेम नाल, गुरमंत्र दी सान करो। आखो जी सतनाम श्री वाहे गुरु। फिर करो कृपा सतनाम श्री वाहे गुरु। भगत रविदास जी समझा रहे हैं, माई गोबिंद पूजा कहाँ लै चरावों। गुरबाणी विच माई अखर, भाई अखर, प्राणी अखर ये सारे संबोधन रूप दे विच हैं। माई का अर्थ है हे मेरी माँ, एक संबोधन है। माई गोबिंद पूजा कहाँ लै चरावो। गोबिंद की पूजा करने लई मैं कित्थों कोई चीज़ लैके भेटा करा भी जिस राही मैं गोबिंद की पूजा कर सकां। क्योंकि साडे जेहन च एक गल है कि जिहड़ी रब की पूजा है कोई चीज़ भेटा करके ही होंदी है, कोई चीज़ अर्पण करके ही होंदी है। और वैसे भी जो अर्पण करन दी, भेटा करन दी गल असीं करदे हां ते सानूं लगदा भी संसारी जिहड़ी वस्तुआं ने वो रब दे अगे आपां भेंट कर दईए, शायद रब जी खुश हो जाते हैं, प्रसन्न हो जाते हैं। पर भगत जी कहते मैं हे माँ मैं कित्थों कोई चीज़ लैके भेटा करा। क्योंकि अवर न फूल अनूप न पावों। कोई होर सुच्चा फुल आदिक मिल नहीं सकता कि मैं इस घाट करके उस सोने प्रभु नूं प्राप्त नहीं कर सकांगा, अनूप नूं पा नहीं सकांगा। पहली गल तो यह है कि रब जी जिहड़े ने वो अनूप हैं। उन्हां दी ना किसी नाल तुलना हो सकती है, ना कोई भेंट उस परमात्मा अनूप दे बदले विच अर्पण करके उन्होंने खुश किया जा सकता है। क्योंकि जब आप ही वो अनूप है, उपमा तो परे है, तो उस वर्गी तो हुण कोई होर चीज़ बनी नहीं जिस चीज़ नूं वेख के रब जी प्रसन्न हो जाणगे। अनूप नूं प्राप्त करना जिसकी उपमा नहीं की जा सकती, जिसदे वर्गा कोई होर नहीं है, जिसकी किसी दे नाल तुलना नहीं की जा सकती। एक परमेश्वर है, एक रब है जिसकी आपां किसी नाल भी तुलना नहीं कर सकते। पर भगत रविदास जी ने नेड़े होके वेख्या, क्योंकि आप जी बनारस दे वसनीक सन। अखां दे सामने जो कुछ हुंदा सी उसनूं बड़े ध्यान नाल उन्होंने तकिया भी लोग गोबिंद नूं एक मूर्ति भी समझते हैं और मूर्ति दे अगे फुल भेटा करते हैं, मूर्ति दे अगे होर वस्तुआं भेटा करते हैं, तो वो समझते हैं भी शायद इस तरह जिहड़ा रब जी खुश हो जाते हैं। पर मूर्ति तक किसी दे नाल उपमा की जा सकती है, उसदे नैन नक्श तक किसी नाल मिल सकते हैं, उसकी तस्वीर तक किसी नाल मिल सकती है। पर जिहड़ी रब की गल भगत रविदास जी करते वो अनूप की गल कर रहे हैं, जिसकी किसी नाल कोई उपमा नहीं है। इस करके असीं जदों देखते हाँ कि रब की गल और खास करके साडे देश दे विच मनुख समय आण ते रब नूं स्थापित कर लैंदे हैं ते कुछ समा बाद उस रब नूं घरों कढ दिंदे हैं। इस करके भगतां ने बड़ी तरक खड़ी की। गुरु साहब जी ने भी आख्या भी जिहड़ी रब की असल होंद है जां रब की जिहड़ी गल है उसनूं थापिया ना जाए, कीता ना होए, उन्हों किते थापिया नहीं जा सकता। क्योंकि एक खास ब्योत सी थापण दी। जदों कि पिछे असीं सरवण करके आए
ਭਗਤ ਕਬੀਰ ਸਾਹਿਬ ਜੀ ਨੇ ਇੱਕ ਗੱਲ ਕੀਤੀ। ਜਦੋਂ ਉਹਨਾਂ ਨੇ ਬਨਾਰਸ ਵਿੱਚ ਇਹ ਗੱਲ ਆਖੀ ਵੀ ਤੁਸੀਂ ਇਸ ਫੋਟੋ ਨੂੰ ਜਾਂ ਮੂਰਤੀ ਨੂੰ, ਤਸਵੀਰ ਨੂੰ ਰੱਬ ਕਰਕੇ ਮੰਨਦੇ ਹੋ, ਪਰ ਮੈਂ ਤਾਂ ਦੇਖਿਆ ਹੈ ਕਿ ਇਸ ਮੂਰਤ ਨੂੰ ਘੜਨ ਵਾਲਾ ਇਸ ਮੂਰਤੀ ਦੇ ਉੱਤੇ ਬੈਠ ਕੇ ਇਹਨੂੰ ਘੜ ਰਿਹਾ ਸੀ। ਪਾਖਨ ਘੜਕੈ ਮੂਰਤ ਕੀਨੀ ਦੇਕਰ ਛਾਤੀ ਪਾਉ। ਵੀ ਇੱਕ ਪੱਥਰ ਨੂੰ ਘੜ ਕੇ ਇੱਕ ਮੂਰਤੀ ਤਿਆਰ ਕਰ ਲਈ। ਔਰ ਦੇਖੋ ਜਿਹੜੇ ਕਿ ਬੁੱਤ ਘਾੜੇ ਨੇ ਉਹਨਾਂ ਵਿੱਚ ਕਲਾ ਬੜੀ ਹੁੰਦੀ ਹੈ। ਉਹ ਇੱਕ ਬੇਕਾਰ ਜਿਹੇ ਪੱਥਰ ਨੂੰ ਵੀ ਤਰਾਸ਼ ਕੇ ਇਤਨਾ ਸੋਹਣਾ ਬਣਾ ਦਿੰਦੇ ਵੀ ਸੰਸਾਰ ਉਸਦੇ ਅੱਗੇ ਆ ਕੇ ਸਿਜਦਾ ਕਰਦਾ। ਉਹਨਾਂ ਦੀ ਕਲਾਕਾਰੀ ਉਸਦੇ ਵਿੱਚ, ਉਹਨਾਂ ਦੀ ਖੂਬੀ ਹੈ, ਉਹਨਾਂ ਦੀ ਕਲਾ ਉਸ ਦੇ ਵਿੱਚ ਲੁਕੀ ਹੋਈ ਹੈ ਕਿ ਉਹ ਇੱਕ ਜਿਹੜੇ ਪੱਥਰ ਨੂੰ ਕੋਈ ਦੇਖਣਾ ਵੀ ਨਹੀਂ ਚਾਹੁੰਦਾ ਉਹਨੂੰ ਵੀ ਘੜ ਕੇ ਐਸਾ ਕਰ ਦਿੰਦੇ, ਲੋਕ ਆ ਕੇ ਨਤਮਸਤਕ ਹੁੰਦੇ। ਪਰ ਇੱਕ ਵਿਚਾਰਧਾਰਾ ਕਬੀਰ ਸਾਹਿਬ ਨੇ ਆਖੀ, ਕਹਿੰਦੇ ਪਾਖਨ ਘੜਕੈ ਮੂਰਤ ਕੀਨੀ ਦੇਕਰ ਛਾਤੀ ਪਾਉ। ਤੇ ਲੋਕਾਂ ਨੇ ਕਿਹਾ, ਉਸ ਵੇਲੇ ਦੇ ਧਾਰਮਿਕ ਆਗੂਆਂ ਨੇ ਕਿਹਾ, ਕਬੀਰ ਸਾਹਿਬ ਤੁਹਾਨੂੰ ਪਾਪ ਲੱਗੂਗਾ, ਇਹ ਤੁਸੀਂ ਰੱਬ ਨੂੰ ਇੱਦਾਂ ਕਹਿ ਰਹੇ ਹੋ, ਤੁਹਾਨੂੰ ਤੇ ਪਾਪ ਲੱਗੇਗਾ। ਤੇ ਉਹ ਕਹਿਣ ਲੱਗੇ ਜੇ ਤੁਸੀਂ ਕਹਿੰਦੇ ਮੈਨੂੰ ਪਾਪ ਲੱਗੇਗਾ ਤੇ ਪਾਪ ਤਾਂ ਉਹਨੂੰ ਲੱਗੇਗਾ ਜਿਹਨੇ ਘੜੀ ਹੈ। ਪਾਖਨ ਘੜਕੈ ਮੂਰਤ ਕੀਨੀ ਦੇਕਰ ਛਾਤੀ ਪਾਉ। ਜੇ ਇਹ ਮੂਰਤ ਸੱਚੀ ਹੈ ਤਾਂ ਘੜਨ ਹਾਰੇ ਖਾਓ। ਜੇ ਮੂਰਤ ਸੱਚੀ ਹੈ ਤੇ ਜਿਹਨੇ ਘੜਿਆ ਸੀ ਛਾਤੀ ਦੇ ਉੱਤੇ ਪੈਰ ਰੱਖ ਕੇ, ਜਦੋਂ ਇਹਦੇ ਨੈਣ ਨਕਸ਼ ਬਣਾ ਰਿਹਾ ਸੀ ਮੂਰਤੀ ਦੇ, ਤੇ ਇਸ ਮੂਰਤੀ ਉਹਨੂੰ ਘੜਨਾ ਚਾਹੀਦਾ ਸੀ, ਉਹਨੂੰ ਖਾਣਾ ਚਾਹੀਦਾ ਸੀ। ਜੇ ਪਾਪ ਲੱਗਣਾ ਤੇ ਉਹਨੂੰ ਲੱਗਣਾ ਚਾਹੀਦਾ, ਮੈਨੂੰ ਕਿਉਂ ਪਾਪ ਲੱਗੇ? ਮੈਂ ਤਾਂ ਸਿਰਫ ਇੱਕ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ। ਪਿਆਰ ਵਾਲੋ, ਜਦੋਂ ਇਹ ਵਿਚਾਰ ਚਲੀ ਨਾ, ਤੇ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਨੇ ਵੀ ਇਸ ਗੱਲ ਨੂੰ ਸਮਝਾਇਆ ਵੀ ਇਹ ਸਾਰਾ ਕੁਝ ਕੀ ਹੈ। ਤੇ ਧਾਰਮਿਕ ਪੁਜਾਰੀ ਨੇ ਕਿਹਾ ਕਿ ਜਦੋਂ ਇਹ ਘੜ ਰਿਹਾ ਸੀ ਨਾ, ਉਸ ਵੇਲੇ ਇਹ ਸਾਡਾ ਰੱਬ ਨਹੀਂ ਸੀ ਮੂਰਤੀ। ਕਹਿੰਦੇ ਫਿਰ ਰੱਬ ਕਦੋਂ ਬਣੇ? ਕਹਿੰਦੇ ਅਸੀਂ ਖਾਸ ਵਿਧੀ ਵਿਧਾਨ ਦੇ ਨਾਲ ਮੰਤਰ ਪੜ੍ਹ ਕੇ ਅਸੀਂ ਮੰਦਰ ਵਿੱਚ ਸਥਾਪਿਤ ਕਰਕੇ ਤੇ ਉਸ ਮੂਰਤੀ ਦੇ ਅੰਦਰ ਮੰਤਰ ਪੜ੍ਹ ਕੇ ਉਸ ਦੇਵਤੇ ਦੀ ਰੂਹ ਨੂੰ ਅੰਦਰ ਪ੍ਰਗਟ ਕੀਤਾ, ਤਾਂ ਸਾਡੀ ਇਹ ਸਥਾਪਨ ਹੋਈ। ਉਸ ਦਿਨਾਂ ਤੋਂ ਬਾਅਦ ਸਾਡਾ ਭਗਵਾਨ, ਉਸ ਤੋਂ ਪਹਿਲਾਂ ਸਾਡਾ ਭਗਵਾਨ ਨਹੀਂ ਸੀ। ਤੇ ਕਈ ਵਾਰੀ ਤੁਸੀਂ ਕਹਿੰਦੇ, ਕਬੀਰ ਸਾਹਿਬ ਨੇ ਕਿਹਾ ਵੀ ਇਹਨੂੰ ਮੰਦਰ 'ਚੋਂ ਹਟਾ ਦਿੰਦੇ ਹੋ, ਫਿਰ ਉਹਨਾਂ ਥਾਵਾਂ 'ਤੇ ਜਾ ਕੇ ਇਹ ਮੂਰਤੀਆਂ ਡਿੱਗਦੀਆਂ ਜਿੱਥੇ ਗੰਦਮੰਦ ਪਿਆ ਹੁੰਦਾ। ਕਹਿੰਦੇ ਜਦੋਂ ਅਸੀਂ ਮੰਦਰ ਤੋਂ ਹਟਾ ਦਿੱਤੀ, ਉਸ ਵੇਲੇ ਵੀ ਇਹ ਸਾਡਾ ਰੱਬ ਨਹੀਂ ਹੈ। ਤੁਸੀਂ ਦੇਖੋ ਨਾ ਕਿ ਜਦੋਂ ਬੰਬੇ ਦੇ ਅੰਦਰ ਗਣੇਸ਼ ਜੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ, ਫਿਰ ਸਮੁੰਦਰ ਦੇ ਕਿਨਾਰੇ, ਨਾਲਿਆਂ ਦੇ ਕਿਨਾਰੇ ਕਿਸ ਤਰ੍ਹਾਂ ਉਹਨਾਂ ਦੀ ਫਿਰ ਬੇਅਦਬੀ ਕੀਤੀ ਜਾਂਦੀ ਹੈ। ਜੇ ਭਗਤ ਕਬੀਰ ਸਾਹਿਬ ਦਾ ਤਰਕ ਦੇਖੀਏ ਨਾ, ਕਿਸੇ ਹੱਦ ਤੱਕ ਜਿਹੜੇ ਲੋਕ ਸਥਾਪਿਤ ਕਰ ਰਹੇ ਨੇ, ਜਿਹੜੇ ਲੋਕ ਫਿਰ ਹਟਾ ਕੇ ਸਿੱਟ ਰਹੇ ਹਨ ਵੀ ਹੁਣ ਸਾਡਾ ਕੰਮ ਨਿਕਲ ਗਿਆ ਇਹਦੇ ਕੋਲੋਂ, ਹੁਣ ਸਾਡਾ ਇਸ ਦੇ ਨਾਲ ਕੋਈ ਮਕਸਦ ਨਹੀਂ। ਗੁਸਤਾਖੀ ਮਾਫ਼ ਕਰਨਾ, ਭਗਤਾਂ ਨੇ ਇਸ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਾਹਮਣੇ ਰੱਖਿਆ ਵੀ ਕੁਛ ਮਨੁੱਖਾਂ ਨੂੰ ਜਿਨ੍ਹਾਂ ਨੂੰ ਗਿਆਨ ਨਹੀਂ, ਉਹਨਾਂ ਦੇ ਕੋਲੋਂ ਪੈਸਾ ਇਕੱਠਾ ਕਰਨ ਵਾਸਤੇ ਰੱਬ ਸਥਾਪਿਤ ਕਰ ਲੈਣਾ, ਰੱਬ ਦੀ ਫਿਰ ਦੁਰਗਤੀ ਕਰਨੀ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜਾ ਪੁਜਾਰੀ ਵਰਗ ਹੈ, ਜਿਹੜਾ ਲੋਕਾਂ ਨੂੰ ਠੱਗਣਾ ਜਾਣਦਾ ਹੈ। ਕਿਉਂਕਿ ਅਸਲ ਵਿੱਚ ਜਿਹੜਾ ਰੱਬ ਹੈ ਨਾ, ਉਸ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਬਣਾਇਆ ਨਹੀਂ ਜਾ ਸਕਦਾ, ਉਹਨੂੰ ਕਿਸੇ ਇੱਕ ਥਾਂ 'ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਰੱਬ ਸਾਡੇ ਪਕੜਿਆਂ ਥੋੜ੍ਹੀ ਕਿਸੇ ਥਾਂ 'ਤੇ ਬੈਠੇਗਾ। ਅਸੀਂ ਕਹੀਏ ਰੱਬ ਨੂੰ ਤੁਸੀਂ ਇੱਥੇ ਬਹਿ ਜਾਓ ਜੀ, ਆਪਣੇ ਤੋਂ ਛੋਟੇ ਨੂੰ ਕਹਿ ਸਕਦੇ ਤੂੰ ਇੱਥੇ ਬਹਿ ਜਾ, ਪਰ ਆਪਣੇ ਤੋਂ ਵੱਡੇ ਨੂੰ ਆਖਾਂਗੇ ਕਿ ਉਹ ਸਾਡੀ ਗੱਲ ਮੰਨੇਗਾ? ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਧਰਤਾ, ਸੰਸਾਰ ਨੂੰ ਬਣਾਉਣ ਵਾਲਾ, ਕਿ ਉਸ ਨੂੰ ਆਪਾਂ ਇੱਕ ਥਾਂ 'ਤੇ ਬਿਠਾ ਸਕਾਂਗੇ ਕਿ ਉਹ ਸਾਡੀ ਗੱਲ ਮੰਨ ਲਏਗਾ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਨਿਰੰਜਨ ਹੈ, ਆਪਣੇ ਆਪ ਤੋਂ ਆਪ ਹੀ ਹੋਂਦ ਵਾਲਾ ਹੈ, ਹਸਤੀ ਵਾਲਾ ਹੈ। ਉਸ ਨੂੰ ਕਿਸੇ ਨੇ ਪ੍ਰਗਟ ਨਹੀਂ ਕੀਤਾ, ਕਿਸੇ ਨੇ ਬਣਾਇਆ ਨਹੀਂ, ਉਹਨੂੰ ਕਿਸੇ ਇੱਕ ਥਾਂ 'ਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਉਹ ਤਾਂ ਆਪਣੀ ਮਰਜ਼ੀ ਦਾ ਮਾਲਕ ਹੈ।
उसदे वर्गी होर कोई हस्ती नहीं, उसकी उपमा नहीं की जा सकती। इस करके भगत जी कहते हैं जे अनूप परमात्मा है तो मैं उसके अगे की अर्पण करा। कोई होर सुच्चा फुल आदिक मिल नहीं सकता, क्योंकि जेड़े फुल आदिक ने ये तो मैं देखदा सारे झूठे ने। तो मैं इस घाट करके उस सोहने प्रभु को प्राप्त नहीं कर सकांगा। अवर ना फूल अनूप ना पावो, अनूप नूं पा नहीं सकांगा। अनूप परमात्मा तो मैनू मिलन नहीं लग्या। क्यों नहीं मिलन लग्या भगत जी थानू? कहने लगे उसका कारण यह है, कहते दूध तो वछरै थनै विटारियो। क्योंकि मैनू तो ये आख्या गया कि उन्होंने दुध जाके अर्पण करो, वो बड़ा खुश होंदा है। सुच्चा दुध लियाओ। हुण एक तरक खड़ी कर रहे हैं भगत रविदास जी भी सुच्चा दुध की हुंदा है। आपां कहने सुच्चा दुध, भगत जी ने उस तरक नूं साडे सामने रखिया। कहते दूध तां वछरै थनै विटारियो, दुध तां थणा तो ही वछड़े ने झूठा कर दिता है। जदों गाय नूं चोण वास्ते उन्हों पसमाना सी तां पहलां वछड़े नूं छड्डिया गया। वछड़े ने जाके उस दुध नूं झूठा कर दिता। उस झूठे दुध नूं फिर असी जो चो लिया। फिर दूजी गल, वो जिहड़ा दुध है वो है कि जे आपां साइंस की गल मन्नीए तां वो पशु दियां हड्डियां दा जिहड़ा वो गलिया होया एक रूप है। पशु की जिहड़ी हड्डियां ने वो हड्डियां दे विचों दुध प्रगट हुंदा है। मास ही तो है, वो हड्डियां ही तो हैं जिन्हां हड्डियां दे विचों वो दुध निकलदा है। तो फिर गऊ ने जो खादा वो भी सुच्चा होना चाहिए, पर वो भी सुच्चा नहीं सी। जिहदे नाल हड्डियां बणियां, जिहदे नाल शरीर बणिया। और फिर जे आपां होर गल करिए तो कहते ने भगत रविदास जी वो तो बछड़े ने पहला ही झूठा कर दिता। पर असी पता की समझते हैं, वो सारा कुछ करके बड़ी साफ सुचम दे नाल असी कई बार धार्मिक स्थान पर चीज़ लियाउंदे हां। जे किसी बंदे ने उहदे विच हत्थ पा दिता जां हत्थ ला दिता, असीं कहंदे भी ये चीज़ तूं झूठी कर दित्ती। असी कलप जाते हैं, गालां कढ़दे हैं, लाल ताल हो जाते भी तू की कीता है। जिवें कि उन्हें बहुत बड़ा गुनाह कर दिता होवे, क्योंकि साडी नज़र विच वो सुच्चा है। असीं उहनूं सुच्चा समझिया, भावें रस्ते विच 10 बंदियां ने उसनूं झूठा कीता होवे, पर साडी नज़र विच क्योंकि असीं तां सुच्चा लैके आए सी। इस करके भगत रविदास जी कहते हैं कि पहली गल दुध तां कहने थणा तो ही बछड़े ने झूठा कर दिता है, तो उन्होंने किमें मैं अर्पण करा। फिर कहने लगे फूल पवर जल मीन बिगारियो। कहने फुल भोरे ने सुंघ के झूठा कर दिता। कला भोरा ही फुल तो नहीं आउंदा, तुसीं वेखो कि मधुमक्खियां होर कीड़े फुल ते आके बहंदे ने। उन्होंने आके उस फुल नूं झूठा कर दिता। केवल भवरे नहीं, ये तो एक उदाहरण है, एक पक्ष है केवल। मधुमक्खियां भी आके बहंदियां ने, होर भी जिहड़े जीव ने वो आके बहंदे ने। कितने पंखी आके उस फुल दे आले दुआले परिक्रमा करते ने, ते वो फुल किवें सुच्चा हो सकता है। भगत रविदास जी कहते हैं उस फुल नूं तां भवरे आदिक ने पहला ही झूठा कर दिता। ते जल मीन बिगाड़ियो। जल का अर्थ है पानी, पानी नूं मीन ने खराब कर दिता, बिगाड़ दिता, क्योंकि सुच्चा नहीं रहन दिता। वैसे भी गुरबाणी कहती है, एक उदाहरण पख लिया कि 42 लख जी जल में होते बीठल पहला काय करो। कहने 42 लख जी जल विच हन जिन्हां ने पानी नूं झूठा किया होया, क्योंकि उन्हां दी प्रसूत दी करिया, उन्हां दी जनन दी करिया, उन्हां दी मरण दी करिया, उन्हां दी सारे शरीर दी करिया उस पानी विच ही चल रही है। तो पानी सुच्चा किवें हो सकता है? भगत रविदास जी कहते उस तां उन्होंने तो झूठा किया होया, खराब किया होया। ये भी अर्पण नहीं किया जा सकता। तो गोबिंद नूं मैं किवें मनावां? उस अनूप परमात्मा नूं फिर मैं किवें प्राप्त करांगा?
फिर अगले वचन कीते, कहते मैला गर बेरे हैं भुजंगा। मैला गर कहते ने चंदन के बूटियां नूं। कहते जिहड़े चंदन के बूटे ने ना, बेड़े हैं भुजंगा, उहदे आले दुआले सप चिमड़े रहिंदे हन, क्योंकि चंदन ठंडा हुंदा है। सप की जहर सप नूं चढ़ जाती है, ਉਹਨੂੰ ਤੜਫਾਉਂਦੀ है, तो उन्होंने शीतलता चाहिए, तो वो शीतलता वास्ते चंदन के कोल जाता है, क्योंकि चंदन शीतल है। भगत जी कहते ने, कहते चंदन नूं लोग पूजा वास्ते लैके आते ने, चंदन नूं अर्पण करते ने, पर चंदन तां कहते सप चिमड़े हुए ने, सप्पां ने चंदन नूं जूठा किया होया। विख अमृत वसै एक संगा, ते आखन लगे जहर ते अमृत भी समुंदर विच इकट्ठे ही बसते हैं, ये दोवें भी इकट्ठे ही हैं। फिर कह लगे धूप दीप नहीं वेदै वासा, कैसे पूज करूँ तेरी दासा। सुगंधी आ जान करके धूप दीप नैवेद भी झूठे हो गए हैं। फिर हे प्रभु, जो तेरी पूजा इन्हां चीज़ां नाल नहीं हो सकती होवे, तो फिर इन्हां झूठी चीज़ां तेरे अगे रख के तेरे भगत किस तरह तेरी पूजा करन। पाओ कि तेरी पूजा किवें कीती जा सकती, ये तो सारियां चीज़ां झूठियां हैं, तो इन्हां दे नाल तेरी पूजा किवें कीती जा सकती है। तेरे भगत फिर पूजा किवें करन, कैसे पूज करन तेरी दासा, तेरे दास किवें तेरी पूजा करन। फिर भगत रविदास जी ढंग दस रहे हैं, तरीका दस रहे हैं। आखन लगे तन मन अर्पो पूज चरावो, गुर प्रसाद निरंजन पावो। कहते रब नूं जे कोई चीज़ अर्पण कर सकते हाँ, रब नूं कोई चीज़ भेटा कर सकते हाँ, अनूप परमात्मा तक जे असी पहुँचना चाहते, उसकी प्राप्ति करना चाहते, वो है अनूप है, उपमा तो परे है। पर जे उत्थे कोई चीज़ भेंट करन वाली है, वो है तन ते मन अर्पों। अर्पों का अर्थ हुंदा है मैं अर्प दियाँ, मैं भेटा करां। बस दो ही चीज़ां बड़ी मुश्किल ने। दुध लिया के रखना बड़ा सौखा है, आटा लिया के रखना बड़ा सौखा है, होर भेटावां चाड़नियां बड़ियां सौखियां ने। पर गुरु साहब कहते अपना तन ते मन मैनू भेटा कर दे। तन ते मन, हुण बंदा ना तन भेटा करदा ना मन भेटा करदा, क्योंकि जे मन भेटा कर दिता तो एक गल जीवन च याद रखियो, फिर मनुख दे कोल अपनी मन मर्जी करन वास्ते कुछ भी नहीं, क्योंकि मन तो हुण भेटा कर चुके। मन मर्जी उन्ना चिर है जिन्ना चिर मैं अपना मन भेटा नहीं करता। जिसना अपने मन नूं गुरु चरनां च रख दिता, जिन्ना मैं कह दिता गुरु साहब ये मन तैनूं अर्पण किया, हुण जिवें तू आखेगा मैं उदां जीवन जीवांगा। रब नूं तां असीं प्राप्त करना चाहुंदे हैं, गुरु नूं तां खुश करना चाहुंदे हैं, पर गुरु नूं खुश करन वास्ते, रब दी प्राप्ति वास्ते जो गुरु ने सानूं समझाया वो असी करन वास्ते तैयार नहीं हाँ। असी शॉर्टकट लभदे हाँ, होर अनेका ढंग लभदे हाँ, लोगों नूं पुछदे दसो जी तरीका दसो। हुण भगत रविदास जी तरीका ही दस रहे हैं, होर तरीका दसो। होर की हुंदा जी, आपां कहंदे ना तरीका दसो जी, ढंग दसो, जुगत दसो। मैं एक बेनती करा, जदों भुख लगदी है रोटी खाण दा कोई ढंग नहीं हुंदा। भुख लगी होवे बंदा कुछ नहीं वेखदा, ना वो सोने की थाली देखदा, ना सोने की कोली वेखदा। भुख लगी होवे हत्थ दे रख के रोटी खा लैंदा। जे मनुख नूं परमात्मा दे मिलाप दी भुख है तो फिर कोई अडंबर करन दी लोड़ नहीं है। अडंबर ताई ने क्योंकि भुख है नहीं है। मनुख जितने भी अडंबर कर रहे हैं ना, क्योंकि भुख नहीं है, स्पष्ट समझ आती है। ये अडंबर करके ही बस सारा कुछ कर देना चाहता है, अडंबरां विच ही रब नूं खुश कर देना चाहता है। इस करके भगत रविदास जी कह रहे हैं, कहते जे रब नूं पूजना है तो एक काम कर, तन मन अर्पो पूज चरावों। चरावों का अर्थ है पूजा की थां भेटा करां, मैं तन ते मन उसदे अगे अर्पण कर दियाँ। गुर प्रसाद,
फिर गुरु की कृपा होंदी है जो तन ते मन कोई गुरु के अगे भेटा कर दिंदा है। ताई रामदास महाराज ने वचन आखे सन, सेवक सिख पूजन सब आमै, सब गामै हर हर उत्तम बाणी। इत्थे तक तो ठीक है, सारे उत्तम बाणी गाउंदे है, कोई कीर्तन दे राही, कोई पाठ दे राही, कोई कथा दे राही, सारे उत्तम बाणी गा रहे हैं। पर अगली गल बड़ी विखम जे, सेवक सिख पूजन सब आमै, सब गामै हर हर उत्तम बाणी, गाविया सुनिया तिनका हर थाएं पावै, जिन सतगुर की आज्ञा सत सत कर मानी। दो बारी सत आया, मन करके ते तन करके। जिन्हों ने गुरु की आज्ञा सत करके मान ली, बड़ा विखम काम है। महाराज बाणी च लिखते, मन की मत त्यागो हर जन, यह बात कठैनी। जन नानक एक खेल कठिन है, एक कोई सौखा काम नहीं है। भगती का मार्ग औखा इस करके ही है क्योंकि ये असी जिहड़ी भगती है जां असी जिहड़ी रब नूं मनाउण दी गल है, रब की प्राप्ति की गल है, असी बाहरों बाहरों की क्रिया के राही रब नूं प्रसन्न करना चाहुंदे। फार्मैलिटी जी करके असी रब नूं प्रसन्न करना चाहुंदे भी फार्मैलिटी जी हो जाए, रब जी खुश हो जाण, भी रब प्रसन्न हो जाए। ये फार्मैलिटी नहीं है, ये बाहर की क्रिया नहीं है। ये जीवन विच समर्पण का नाम है, जीवन विच अर्पण का नाम है, रब की प्राप्ति। कहते जदों कोई अपना तन ते मन गुरु नूं अर्पण कर दिंदा है, भेटा कर दिंदा है। भगत जी कहते जदों मैं मतलब पूजा के रूप च अपना तन मन भेटा करा तो गुरु प्रसाद, गुरु की कृपा होंदी, गुरु प्रसाद वरतदा है तो निरंजन पावों। जिहड़ा माया की कालख तो रहत उस अकाल पुरख वाहिगुरु है, मैं उन्होंने प्राप्त करा, प्राप्त कर लैंदा हाँ, प्राप्त कर लैंदा हाँ, उस वाहिगुरु जी नूं पा लैंदा हाँ। गुरु कृपा क्यों करे साडे उत्ते, कदी विचार करियो। गुरु किन्हां ते कृपा करेगा, जिन्हां ने गुरु नूं आपा अर्पण कर दिता है। असी जदों परिवारिक तौर तो देखिए कि माँ प्यो अपने बच्चों ते कृपा करते, किन्हां दे उत्ते करते, जिन्हां ने अर्पण किया अपने आप नूं, उन्हां दे हुक्म विच रहना सिक्ख्या, उन्हां दी आग्या नूं मनना सिक्ख्या, उन्हां दे उत्ते माँ प्यो कृपा करते। जे एक माँ प्यो संसारी तौर तो वो भी तां कृपा करते हैं, कोई चीज़ देनी होवे ते वो देखते भी बच्चे किस पासे तुरे हुए ने, जे वो आग्या विच ने, हुक्म विच ने, उस वेले तत्काल देने वास्ते तैयार हो जाते। जे बच्चे बागी ने तो वो अपनियां जो चीज़ां कमाईयां ने, जो समान जोड़े, वो देने वास्ते तैयार नहीं होंदे। गुरु क्यों कृपा करेगा साडे ते, कदी विचार करियो। असी माया विच लिवड़े तिवड़े हाँ तो गुरु नूं कहने, गुरु महाराज साडे ते कृपा कर दो। गुरु साहब कहते अपने आप नूं साफ कर लै, सुच्चा कर लै, पवित्र कर लै, मैं तैनूं अपनी गोद च तां लांगा, तेरे अंदर प्रेम है। महाराज तो कहते सतगुर सदा दयाल है भाई, बिन भागा क्या पाइए, एक नदर कर वेखै सब ऊपर, जेहा भाव तेहा फल पाइए। इक्को जी कृपा सारिਆਂ ਦੇ ਉੱਤੇ कर रहा है, पर प्रेम देखदा गुरु, गुरु कृपा करेगा। पर साढ़े प्रेम नूं देखदा अंदर भी कितना प्रेम करते असीं गुरु साहब नूं। वैसे असीं कई बारी ना किसी दे उत्ते वध गुरु साहब की कृपा होवे ना, ये अज ही नहीं, गुरु साहब जी का जो बेला सी, गुरु महाराज हयाती विच शरीर एक जामे च विचर रहे सन, तां भी कई बारी उत्थे सिखां विच हुंदा सी भी सिख दे उत्ते ज़्यादा कृपा क्यों है, भी साडे उत्ते नहीं है इतनी कृपा। पर उहदा समर्पण नहीं सी देखते, उहदी भावना नहीं सी देखते। एक घटना जो मैं पढ़ी ना, घटना गुरु नानक पातशाह जी के वेले दी है। गुरु अंगद देव जी, भाई लहणा जी जदों गुरु घर दे विच आए, उन्होंने पहला गुरु साहब जी की विचारधारा नूं समझिया भी गुरु साहब जी चाहुंदे की ने, गुरु साहब जी किद्दां प्रसन्न होंदे ने। उन्होंने 7 साल दे विच उस सिस्टम नूं समझिया कि गुरु महाराज की प्रसन्नता किवें लई जा सकती है। मैं कई बार बेनती करना, जी सिख बनना है
ਤੇ ਭਾਈ ਲਹਿਣਾ ਜੀ ਦੇ ਜੀਵਨ ਨੂੰ ਆਪਾਂ ਵੇਖੀਏ ਵੀ ਭਾਈ ਲਹਿਣਾ ਜੀ ਦਾ ਜੀਵਨ ਕਿਵੇਂ ਗੁਜ਼ਰਿਆ। ਸਿੱਖੀ ਕਮਾਉਣ ਦੀ ਸਭ ਤੋਂ ਸੁਚੱਜੀ ਜਾਚ ਜੇ ਸਾਨੂੰ ਕਿਤੇ ਪ੍ਰਾਪਤ ਹੋ ਸਕਦੀ ਹੈ ਨਾ, ਤੇ ਉਹ ਭਾਈ ਲਹਿਣਾ ਜੀ ਦਾ ਜੀਵਨ ਹੈ ਸਾਡੇ ਸਾਹਮਣੇ। ਉਸ ਤੋਂ ਅਸੀਂ ਜੀਵਨ ਜਾਚ ਲੈ ਸਕਦੇ ਵੀ ਕਿੱਦਾਂ ਸਿੱਖੀ ਕਮਾਈ ਦੀ ਹੈ। ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਵੀ ਆ ਗਿਆ ਸੀ, ਕਹਿੰਦੇ ਮੈਂ ਬੜੀ ਸੇਵਾ ਕਰਦਾ ਹੈ, ਭਾਈ ਲਹਿਣਾ ਤੋਂ ਪਹਿਲਾਂ ਆ ਕੇ ਗੁਰੂ ਘਰ ਵਿੱਚ ਰਹਿ ਰਿਹਾ ਹੈ, ਪਰ ਜ਼ਿਆਦਾ ਕਿਰਪਾ ਜਿਹੜੀ ਉਹ ਭਾਈ ਲਹਿਣਾ ਜੀ ਦੇ ਉੱਤੇ ਹੈ। ਹੁਣ ਸ਼ੱਕ ਆ ਜਾਣਾ ਅੰਦਰ, ਇਹ ਗੱਲ ਘਰ ਘਰ ਜਾਣੀ ਸੁਭਾਵਿਕ ਹੈ। ਔਰ ਗੁਰੂ ਦਾ ਇਹ ਬਿਰਦ ਹੈ ਕਿ ਆਪਣੇ ਸਿੱਖ ਦੇ ਜੀਵਨ 'ਚ ਕੋਈ ਡਾਊਟ ਨਹੀਂ ਰਹਿਣ ਦਿੰਦਾ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਕਹਿੰਦੇ ਇਹ ਵਿਚਾਰ ਆਈ ਨਾ ਵੀ ਭਾਈ ਲਹਿਣਾ ਜੀ ਦੇ ਉੱਤੇ ਜ਼ਿਆਦਾ ਕਿਰਪਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਅਹਿਸਾਸ ਕਰਾਇਆ ਵੀ ਭਾਈ ਲਹਿਣਾ ਜੀ ਦੇ ਉੱਤੇ ਕਿਰਪਾ ਕਿਉਂ ਵਧੇਰੀ ਹੈ। ਸੇਵਾ ਤੁਸੀਂ ਵੀ ਕਰਦੇ ਹੋ, ਹੁਕਮ ਤੁਸੀਂ ਵੀ ਮੰਨਦੇ ਹੋ। ਇਹ ਗੱਲ ਨਹੀਂ ਵੀ ਬਾਬਾ ਬੁੱਢਾ ਸਾਹਿਬ ਹੁਕਮ ਨਹੀਂ ਸੀ ਮੰਨਦੇ, ਹੁਕਮੀ ਬੰਦੇ ਸਨ, ਸੇਵਾ ਬੜੀ ਕਰਦੇ ਸਨ। ਹੁਣ ਅੱਜ ਰਾਤ ਨੂੰ ਕੀ ਕੀਤਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਉਠਾ ਲਿਆ, ਪੁੱਛਿਆ ਪੁਰਖਾ ਇੱਕ ਕੰਮ ਕਰ, ਬਾਹਰ ਜਾ ਦੇਖ ਕੇ ਸਮਾਂ ਕਿੰਨਾ ਹੋਇਆ। ਬਾਬਾ ਬੁੱਢਾ ਸਾਹਿਬ ਜੀ ਬੜੇ ਸਿਆਣੇ ਸਨ ਇਸ ਪੱਖੋਂ, ਬਾਹਰ ਗਏ, ਜਾ ਕੇ ਦੇਖਦੇ ਹਨ। ਤੇ ਕਿਉਂਕਿ ਉਸ ਵੇਲੇ ਘੜੀਆਂ ਤੇ ਹੁੰਦੀਆਂ ਨਹੀਂ ਸਨ, ਸਿਰਫ ਤਾਰਿਆਂ ਦੀ ਸੇਧ ਨਾਲ ਉਹਨਾਂ ਨੇ ਆਈਡੀਆ ਲਾਇਆ ਵੀ ਅੱਧੀ ਕੁ ਰਾਤ ਗੁਜ਼ਰ ਗਈ ਹੈ, ਅੱਧੀ ਕੁ ਰਾਤ ਰਹਿੰਦੀ ਹੈ। ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਅੱਧੀ ਰਾਤ ਗੁਜ਼ਰ ਗਈ ਹੈ, ਅੱਧੀ ਰਾਤ ਰਹਿੰਦੀ ਹੈ। ਫਿਰ 5-7 ਮਿੰਟ ਹੋਏ, ਫਿਰ ਮਹਾਰਾਜ ਨੇ ਕਿਹਾ ਜਾਓ ਬਾਬਾ ਬੁੱਢਾ ਸਾਹਿਬ ਜੀ ਦੇਖੋ ਸਮਾਂ ਕੀ ਹੋਇਆ। ਫਿਰ ਭੇਜ ਦਿੱਤਾ, ਫਿਰ ਉਹੀ ਜਵਾਬ, ਤੀਜੀ ਵਾਰੀ ਫਿਰ ਭੇਜ ਦਿੱਤਾ, ਫਿਰ ਉਹੀ ਜਵਾਬ, ਮਹਾਰਾਜ ਅੱਧੀ ਰਾਤ ਗੁਜ਼ਰ ਗਈ ਹੈ, ਅੱਧੀ ਰਾਤ ਰਹਿੰਦੀ ਹੈ। ਜਦੋਂ ਭਾਈ ਲਹਿਣਾ ਜੀ ਨੂੰ ਕਿਹਾ ਵੀ ਭਾਈ ਲਹਿਣਾ ਵੀ ਜਾ ਦੇਖ ਕੀ ਸਮਾਂ ਹੋਇਆ, ਉੱਠੇ, ਬਾਹਰ ਗਏ, ਚਾਰੇ ਪਾਸੇ ਵੇਖਿਆ, ਔਰ ਜੋ ਗੱਲ ਬਾਬਾ ਬੁੱਢਾ ਸਾਹਿਬ ਜੀ ਆਖ ਰਹੇ ਨੇ ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਲਗਭਗ ਅੱਧੀ ਕੁ ਰਾਤ ਲੰਘ ਗਈ ਹੈ, ਅੱਧੀ ਕੁ ਰਾਤ ਰਹਿੰਦੀ ਹੈ। ਔਰ ਉੱਥੇ ਥੋੜ੍ਹੀ ਦੇਰ ਖੜ੍ਹੇ ਰਹਿੰਦੇ ਹਨ, ਮਨ ਹੀ ਮਨ ਵਿਚਾਰ ਕਰਦੇ ਹਨ ਵੀ ਇਸ ਦਾ ਅਰਥ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ 3 ਵਾਰ ਭੇਜਿਆ। ਇਸ ਦਾ ਅਰਥ ਹੈ ਕਿ ਗੱਲ ਕੋਈ ਹੋਰ ਹੈ, ਗੱਲ ਸਮਾਂ ਦੀ ਨਹੀਂ ਹੈ, ਕੇਵਲ ਗੱਲ ਸਮਾਂ ਦੀ ਨਹੀਂ ਹੈ, ਇਹਦੇ ਪਿੱਛੇ ਕੋਈ ਨਾ ਕੋਈ ਹੋਰ ਰੀਜਨ ਹੈ। ਤੇ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜ ਲੈਂਦੇ ਨੇ, ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਕਾਲ ਕਰਤਾ ਹੂੰ, ਸਮਾਂ ਤੁਹਾਡੇ ਹੱਥ ਵਿੱਚ ਹੈ। ਜਿਤਨਾ ਸਮਾਂ ਤੁਹਾਡੀ ਰਜ਼ਾ ਵਿੱਚ ਲੰਘ ਗਈ, ਰਾਤ ਉਤਨੀ ਲੰਘ ਗਈ, ਜਿਤਨੀ ਆਪ ਜੀ ਦੀ ਰਜ਼ਾ ਵਿੱਚ ਰਹਿੰਦੀ ਹੈ ਉਤਨੀ ਰਹਿੰਦੀ ਹੈ। ਸਮਾਂ ਤਾਂ ਤੁਹਾਡੇ ਹੱਥ ਵਿੱਚ ਹੈ। ਅੱਜ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਮੇਰੇ ਜਵਾਬ ਵਿੱਚ ਤੇ ਭਾਈ ਲਹਿਣਾ ਜੀ ਦੇ ਜਵਾਬ 'ਚ ਕੀ ਫਰਕ ਹੈ। ਜਵਾਬ ਮੈਂ ਵੀ ਠੀਕ ਦਿੱਤਾ, ਜਵਾਬ ਬਿਲਕੁਲ ਰਾਈਟ ਸੀ, ਪਰ ਜਦੋਂ ਭਾਈ ਲਹਿਣਾ ਜੀ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਕਾਬਲੇ ਤਾਰੀਫ ਸੀ। ਮਹਾਰਾਜ ਤੁਹਾਡੇ ਹੁਕਮ ਵਿੱਚ ਜਿਤਨੀ ਰਾਤ ਗੁਜ਼ਰ ਗਈ ਹੈ ਉਤਨੀ ਗੁਜ਼ਰ ਗਈ, ਜਿਤਨੀ ਤੁਹਾਡੇ ਹੁਕਮ 'ਚ ਰਹਿੰਦੀ ਉਤਨੀ ਰਹਿੰਦੀ ਹੈ। ਤੁਸੀਂ ਕਾਲ ਕਰਤਾ ਹੂੰ, ਹੁਕਮ ਤੁਹਾਡੇ ਹੁਕਮ ਵਿੱਚ ਸਾਰੀ ਖੇਡ ਇਹ ਵਰਤ ਰਹੀ ਹੈ। ਬਸ ਇਤਨੀ ਗੱਲ ਉੱਥੇ ਵਰਤਦੀ ਹੈ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਕ ਅਹਿਸਾਸ ਹੋ ਜਾਂਦਾ ਕਿ ਮੈਨੂੰ ਇਸ ਤਰ੍ਹਾਂ ਦਾ ਜਵਾਬ ਦੇਣਾ ਚਾਹੀਦਾ ਜੋ ਭਾਈ ਲਹਿਣਾ ਜੀ ਨੇ ਦਿੱਤਾ ਹੈ। ਕਿਉਂਕਿ ਜੇ ਆਪਾਂ ਗੁਰੂ ਦੀ ਕਿਰਪਾ ਲੈਣੀ ਹੈ ਨਾ, ਤਾਂ ਉੱਥੇ ਆਪਣੀ ਸਿਆਣਪ ਨਹੀਂ, ਉੱਥੇ ਗੁਰੂ ਦੀ ਵਡਿਆਈ ਕੰਮ ਕਰੇਗੀ। ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਨਾ, ਉੱਥੇ ਸਿਆਣਪ ਨਾਲ ਗੁਰੂ ਪ੍ਰਸੰਨ ਨਹੀਂ ਹੁੰਦਾ, ਗੁਰੂ ਦੇ ਸਮਰਪਣ ਨਾਲ ਗੁਰੂ ਪ੍ਰਸੰਨ ਹੁੰਦਾ। ਜਦੋਂ ਤੂੰ ਸਮਰਪਣ ਕਰ ਦਿੰਦਾ ਗੁਰੂ ਅੱਗੇ, ਜਦੋਂ ਤੂੰ ਆਪਣਾ ਪ੍ਰੇਮ ਵਧਾ ਕੇ ਗੁਰੂ ਦੇ ਚਰਨਾਂ 'ਚ ਜੁੜਦਾ ਹੈ ਨਾ, ਤੇ ਤੇਰੇ ਪ੍ਰੇਮ ਨੂੰ ਫਿਰ ਫਲ ਆਪੇ ਹੀ ਲੱਗੀ ਜਾਂਦੇ ਹਨ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਨਿਰੰਜਨ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਕਹਿਣ ਲੱਗੇ ਪੂਜਾ ਅਰਚਾ ਆਹੇ ਨਾ ਤੋਰੀ। ਪੂਜਾ ਅਰਚਾ ਕਹਿੰਦੇ ਮੂਰਤੀ ਆਦਿਕ ਦੀ ਪੂਜਾ, ਮੂਰਤੀ ਆਦਿਕ ਅੱਗੇ ਸਿਰ ਨਿਵਾਉਣਾ, ਮੂਰਤੀ ਨੂੰ ਸ਼ਿੰਗਾਰਨਾ। ਆਹੇ ਨਾ ਤੋਰੀ ਕਹਿੰਦੇ ਨਹੀਂ ਹੋ ਸਕਦੀ, ਪਾਓ ਕਿ ਇਹ ਜਿਹੜੇ ਕਰਮ ਨੇ, ਇਸ ਤਰ੍ਹਾਂ ਜਿਹੜਾ ਪਰਮਾਤਮਾ ਹੈ ਉਹ ਪ੍ਰਸੰਨ ਨਹੀਂ ਹੁੰਦਾ।
ਹੋ ਕਿ ਇਸ ਤਰ੍ਹਾਂ ਕੋਈ ਯਤਨ ਕਰੇ ਵੀ ਮੈਂ ਮੂਰਤੀ ਦੀ ਪੂਜਾ ਕਰ ਲਵਾਂ, ਉਹਨੂੰ ਸ਼ਿੰਗਾਰ ਲਵਾਂ, ਉਹਦੇ ਅੱਗੇ ਲੰਬਾ ਡੰਡੇ ਵਾਂਗ ਪੈ ਜਾਵਾਂ ਜਾਂ ਹੋਰ ਕਰਮ ਕਰ ਲਵਾਂ, ਸਵਾਰ ਸ਼ਿੰਗਾਰ ਕੇ। ਕਹਿੰਦੇ ਰੱਬ ਜੀ ਖੁਸ਼ ਨਹੀਂ ਹੁੰਦੇ, ਪ੍ਰਸੰਨ ਨਹੀਂ ਹੁੰਦੇ। ਇਹ ਆਰਾਧਨਾ ਨਹੀਂ ਹੈ ਪਰਮਾਤਮਾ ਦੀ। ਆਹੇ ਨਾ ਤੋਰੀ, ਇਹ ਆਰਾਧਨਾ ਰੱਬ ਜੀ ਦੀ ਨਹੀਂ ਹੈ। ਰੱਬ ਜੀ ਤਾਂ ਪ੍ਰਸੰਨ ਨਹੀਂ ਹੁੰਦੇ ਵੀ ਕੋਈ ਮੂਰਤੀ ਨੂੰ ਸਵਾਰੇ ਸ਼ਿੰਗਾਰੇ। ਅੱਜ ਅਸੀਂ ਦੇਖਦੇ ਨਾ ਘਰਾਂ ਦੇ ਵਿੱਚ ਵੀ, ਗੁਸਤਾਖੀ ਮਾਫ਼ ਕਰਨਾ, ਕਿ ਸਿੱਖਾਂ ਦੇ ਘਰਾਂ ਵਿੱਚ ਵੀ ਗੁਰੂ ਨਾਨਕ ਦੀਆਂ ਫੋਟੋਆਂ ਆ ਗਈਆਂ। ਕਿਸੇ ਨੇ ਪੱਥਰ ਦੀ ਰੱਖੀ ਹੋਈ ਹੈ, ਕਿਸੇ ਨੇ ਚਾਂਦੀ ਦੀ ਰੱਖੀ ਹੋਈ ਹੈ, ਥੋੜ੍ਹਾ ਅਮੀਰ ਸਿੱਖ ਉਹਨੇ ਸੋਨੇ ਦੀ ਰੱਖੀ ਹੋਈ ਹੈ। ਔਰ ਮੈਂ ਇੱਕ ਬੇਨਤੀ ਕਰਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸੁਰਤ ਐਡੀ ਪੱਕੀ ਹੋ ਜਾਏਗੀ ਉਹਨਾਂ ਫੋਟੋਆਂ ਦੇ ਪ੍ਰਤੀ ਕਿ ਅਸੀਂ ਉਹਨਾਂ ਨੂੰ ਗੁਰਦੁਆਰਿਆਂ ਤੱਕ ਲੈ ਕੇ ਆ ਜਾਵਾਂਗੇ ਵੀ ਸਾਡੇ ਘਰ 'ਚ ਫੋਟੋਆਂ ਦੇ ਗੁਰਦੁਆਰੇ ਤਾਂ ਹੈ ਹੀ ਨਹੀਂ, ਇੱਥੇ ਵੀ ਰੱਖੋ ਜੀ। ਅਤੇ ਜਿਹੜੇ ਫੋਟੋਆਂ ਦੇ ਵਿਰੋਧੀ ਹੋਣਗੇ, ਬਹੁਤ ਥੋੜ੍ਹੇ ਜਿਹੇ ਲੋਕ ਹੋਣਗੇ ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ ਹੋਏਗਾ, ਬਾਣੀ ਨੂੰ ਸਮਝਿਆ ਹੋਏਗਾ। ਜ਼ਿਆਦਾ ਲੋਕ ਉਹ ਹੋਣਗੇ ਜਿਹੜੇ ਫੋਟੋਆਂ ਦੇ ਉਪਾਸਕ ਹੋਣਗੇ। ਉਹ ਦਿਨ ਬਹੁਤੇ ਦੂਰ ਨਹੀਂ ਰਹੇ। ਜਿਸ ਤਰ੍ਹਾਂ ਦਾਸ ਘਰਾਂ ਵਿੱਚ ਜਾ ਕੇ ਦੇਖਦਾ, ਸਾਰਾ ਸਿਸਟਮ ਦੇਖੀਦਾ। ਜਿਸ ਤਰ੍ਹਾਂ ਅਸੀਂ ਜੋ ਘਰਾਂ ਦੇ ਵਿੱਚ ਮੰਦਰ ਬਣਾ ਕੇ, ਜਿਸ ਤਰ੍ਹਾਂ ਗੁਰਬਾਣੀ ਨੂੰ ਪਾਸੇ ਕਰਕੇ, ਜਿੱਥੇ ਪੋਥੀਆਂ ਹੋਣੀਆਂ ਚਾਹੀਦੀਆਂ ਸੀ ਗੁਰਬਾਣੀ ਦੀ ਵਿਚਾਰ ਹੋਣੀ ਚਾਹੀਦੀ ਸੀ, ਸਾਡੇ ਘਰਾਂ ਵਿੱਚ ਗੁਰਬਾਣੀ ਦੇ ਦਰਪਣ ਹੋਣੇ ਚਾਹੀਦੇ ਸਨ, ਉੱਥੇ ਉਹ ਨਾ ਹੋ ਕਰਕੇ ਨਾ, ਜਦੋਂ ਅਸੀਂ ਫੋਟੋ ਦੀ ਪੂਜਾ ਕਰਦੇ ਹਾਂ ਤਾਂ ਸਾਡੀ ਸੁਰਤ ਕੇਵਲ ਫੋਟੋ ਤੱਕ ਅਟਕ ਕੇ ਰਹਿ ਜਾਂਦੀ ਹੈ, ਫੋਟੋ 'ਤੇ ਅੱਗੇ ਨਹੀਂ ਜਾਂਦੀ। ਔਰ ਇੱਕ ਗੱਲ ਜੀਵਨ 'ਚ ਖਿਆਲ ਕਰਨਾ, ਭਗਤ ਰਵਿਦਾਸ ਜੀ ਇੱਥੇ ਇਹ ਸਮਝਾਉਣਾ ਚਾਹੁੰਦੇ ਨੇ ਕਿ ਹੇ ਪ੍ਰਭੂ, ਜੇ ਸੁੱਚੇ ਦੁੱਧ, ਫੁੱਲ, ਧੁੱਪ, ਚੰਦਨ, ਨੈਵੇਦ ਆਦਿਕ ਦੀ ਭੇਟਾਂ ਨਾਲ ਤੇਰੀ ਪੂਜਾ ਹੋ ਸਕਦੀ ਤਾਂ ਕਿਤੇ ਵੀ ਕਹਿੰਦੇ ਨੇ ਇਹ ਸੈਆਂ ਜਿਹੜੀਆਂ ਨੇ ਉਹ ਸੁੱਚੀਆਂ ਨਹੀਂ ਮਿਲਣਗੀਆਂ, ਸਾਰੀਆਂ ਝੂਠੀਆਂ। ਸੁੱਚੀ ਚੀਜ਼ ਤਾਂ ਕੋਈ ਹੈ ਨਹੀਂ ਇਹਨਾਂ ਵਿੱਚੋਂ। ਇਸ ਕਰਕੇ ਕਹਿੰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਨੇ ਮੈਥੋਂ ਤੇਰੀ ਪੂਜਾ ਅਤੇ ਤੇਰੀ ਭਗਤੀ ਹੋ ਹੀ ਨਹੀਂ ਸਕਦੀ। ਤਾਂ ਹੇ ਪ੍ਰਭੂ, ਮੇਰਾ ਕੀ ਹਾਲ ਹੋਵੇਗਾ। ਕਹਿ ਰਵਿਦਾਸ ਕਵਨ ਗਤ ਮੋਰੀ, ਮੇਰੀ ਕੀ ਹਾਲਤ ਹੋਏਗੀ, ਮੇਰਾ ਕੀ ਹਾਲ ਹੋਏਗਾ, ਕਿਉਂਕਿ ਮੈਂ ਸੁੱਚੀਆਂ ਚੀਜ਼ਾਂ ਲਿਆ ਕੇ ਲੱਭ ਨਹੀਂ ਸਕਦਾ। ਔਰ ਜੇ ਸੁੱਚੀ ਚੀਜ਼ਾਂ ਰੱਖਣ ਦੇ ਨਾਲ ਭਗਤੀ ਹੋਵੇ ਤਾਂ ਤੇਰੀ ਪ੍ਰਾਪਤੀ ਮੈਨੂੰ ਹੋਣੀ ਨਹੀਂ। ਫਿਰ ਜੇ ਤੇਰੀ ਪ੍ਰਾਪਤੀ ਨਾ ਹੋਈ ਤਾਂ ਮੇਰੀ ਹਾਲਤ ਕੀ ਹੋਵੇਗੀ। ਗੱਲ ਤਾਂ ਇਹ ਵੀ ਤੇਰੀ ਪ੍ਰਾਪਤੀ ਹੋਣੀ ਚਾਹੀਦੀ ਮਨੁੱਖਾ ਜੀਵਨ ਦੇ ਅੰਦਰ। ਸੋ ਭਗਤ ਜੀ ਦਾ ਅੱਜ ਦਾ ਜੋ ਪੱਖ ਹੈ ਉਹ ਇਹ ਹੈ ਕਿ ਲੋਕ ਦੇਵੀ ਦੇਵਤਿਆਂ ਦੀ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ, ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਯਤਨ ਕਰਦੇ ਹਨ। ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਝੂਠੀਆਂ ਹੋ ਚੁੱਕੀਆਂ ਨੇ ਅਤੇ ਪਰਮਾਤਮਾ ਅਜਿਹੀ ਚੀਜ਼ਾਂ ਦੀ ਭੇਟਾ ਨਾਲ ਖੁਸ਼ ਨਹੀਂ ਹੁੰਦਾ, ਪ੍ਰਸੰਨ ਨਹੀਂ ਹੁੰਦਾ। ਉਹ ਤਾਂ ਤਨ ਮਨ ਦੀ ਭੇਟਾ ਮੰਗਦਾ, ਜਿਹੜਾ ਦੇ ਦੇਗਾ ਉਹਨੂੰ ਉਹ ਰੱਬ ਨੂੰ ਪ੍ਰਸੰਨ ਕਰ ਲਏਗਾ। ਅਤੇ ਜਿਹਨੇ ਤਨ ਮਨ ਉਸ ਦੇ ਅੱਗੇ ਅਰਪਣ ਕਰ ਦਿੱਤਾ ਉਸਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ। ਇਸ ਕਰਕੇ ਮਾਰ ਕਹਿੰਦੇ ਤਨ ਮਨ ਧਨ ਸਭ ਸੋਭ ਗੁਰ ਕੋ ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗੁਰੂ ਦਾ ਹੁਕਮ ਮੰਨਣਾ, ਤਨ ਅਤੇ ਮਨ ਤਨ ਗੁਰੂ ਅੱਗੇ ਅਰਪਣ ਕਰਕੇ ਆਪਣਾ ਮਾਣ, ਅਹੰਕਾਰ, ਵਡਿਆਈ ਗੁਰੂ ਨੂੰ ਦੇ ਅੱਗੇ ਅਰਪਣ ਕਰਕੇ ਇਹ ਭੇਟਾ ਚਾੜ ਕੇ ਤਾਂ ਗੁਰੂ ਨੂੰ, ਪਰਮਾਤਮਾ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ, ਉਸ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਹੋਰ ਕੋਈ ਭੇਟ ਜਿਹੜੀ ਹੈ ਉਹ ਨਾ ਸੁੱਚੀ ਮਿਲਣੀ ਹੈ, ਨਾ ਮੇਰੇ ਰੱਬ ਨੇ ਖੁਸ਼ ਹੋਣਾ ਹੈ ਅਤੇ ਨਾ ਮੈਨੂੰ ਰੱਬ ਦੀ ਪ੍ਰਾਪਤੀ ਹੋਣੀ ਹੈ। ਸੋ ਅੱਜ ਦੇ ਪਾਵਨ ਸ਼ਬਦ ਰਾਹੀਂ ਭਗਤ ਜੀ ਇਹ ਸਮਝਾਉਣਾ ਚਾਹੁੰਦੇ ਨੇ ਕਿ ਦੇਵੀ ਦੇਵਤਿਆਂ ਦੀ ਜਿਹੜੀਆਂ ਫੋਟੋਆਂ ਨੇ, ਮੂਰਤੀਆਂ ਨੇ, ਉਹਨਾਂ ਨੂੰ ਖੁਸ਼ ਕਰਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ, ਜੋ ਚੀਜ਼ਾਂ ਭੇਟਾ ਰੂਪ 'ਚ ਅਰਪਣ ਕੀਤੀਆਂ ਜਾ ਰਹੀਆਂ ਨੇ, ਇਹ ਸਾਰੇ ਜਿਹੜੇ ਨੇ ਵਿਚਾਰ ਜਿਹੜੇ ਨੇ ਉਹ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਕਰਨ ਦੇਣਗੇ। ਇਸ ਕਰਕੇ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਆਪਣਾ ਤਨ ਮਨ ਅਰਪਣ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰੋ। ਮੈਂ ਫਿਰ ਬੇਨਤੀ ਕਰਾਂ, ਤਨ ਅਤੇ ਮਨ ਗੁਰੂ ਅੱਗੇ ਭੇਟਾ ਕਰਨ ਵਾਸਤੇ ਬਹੁਤ ਵੱਡਾ ਤਿਆਗ ਚਾਹੀਦਾ ਹੈ, ਜੀਵਨ ਦੀ ਸੱਚਾਈ ਚਾਹੀਦੀ ਹੈ, ਗੁਰੂ ਕਾ ਉਹ ਗਿਆਨ ਚਾਹੀਦਾ ਹੈ ਜਿਹੜਾ ਗਿਆਨ ਸਾਡੇ ਜੀਵਨ ਵਿੱਚ ਜਦੋਂ ਵਸ ਜਾਏਗਾ ਉਦੋਂ ਅਸੀਂ ਸਹਿਜ ਸੁਭਾਅ ਆਪਣੇ ਆਪ ਨੂੰ ਗੁਰੂ ਅੱਗੇ ਅਰਪਣ ਕਰ ਸਕਾਂਗੇ, ਆਪਣੀ ਮਤ ਗੁਰੂ ਅੱਗੇ ਰੱਖ ਸਕਾਂਗੇ। ਨਹੀਂ ਤਾਂ ਪੂਰੀ ਜ਼ਿੰਦਗੀ ਵਿਚਰਦੇ ਆਪਣੀ ਮਤ ਦੇ ਰਾਹੀਆਂ ਗਲਤੀਆਂ ਅਸੀਂ ਕਰਦੇ ਹਾਂ,
ਤੇ ਜਦੋਂ ਕੋਈ ਦੁੱਖ ਮਿਲਦਾ ਤੇ ਕਹਿ ਅਸੀਂ ਰੱਬ ਜੀ ਨੂੰ ਦਿੰਦੇ ਵੀ ਤੁਸੀਂ ਕੀ ਕੀਤਾ, ਮੈਂ ਤਾਂ ਪੂਜਾ ਕਰਦਾ ਰਿਹਾ ਪੂਰੀ ਜ਼ਿੰਦਗੀ, ਮੈਨੂੰ ਦੁੱਖ ਕਿਉਂ ਆਇਆ। ਇਹੀ ਕਹਿੰਦੇ ਨਾ ਆਪਾਂ ਵੀ ਮੈਂ ਦੁਖੀ ਕਿਉਂ ਹਾਂ, ਮੇਰੇ ਜੀਵਨ 'ਚ ਦੁੱਖ ਕਿਉਂ। ਗੁਰੂ ਸਾਹਿਬ ਕਹਿੰਦੇ ਭਾਈ ਆਪਣੀ ਮਨ ਮਰਜ਼ੀ ਦੀ ਪੂਜਾ ਛੱਡ ਦੇ, ਜੇ ਦੁੱਖ ਵੀ ਹੈ ਤੇ ਰੁੱਖ ਰੱਬ ਨੇ ਨਹੀਂ ਦਿੱਤਾ, ਸਗੋਂ ਆਪਣੇ ਕਰਮਾਂ ਵੱਲ ਝਾਤ ਮਾਰ ਵੀ ਕਰਮ ਤੂੰ ਗੁਰੂ ਮੁਤਾਬਿਕ ਕੀਤੇ ਨੇ ਜਾਂ ਆਪਣੀ ਮਤ ਮੁਤਾਬਿਕ ਕੀਤੇ ਨੇ। ਤਾਂ ਹੀ ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿ ਕੇ ਸਮਾਪਤੀ ਕਰਾਂ, ਦਰਦੈ ਦੋਸ ਨਾ ਦਿਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ। ਜੋ ਮੈਂ ਕਰ ਰਿਹਾ ਹਾਂ ਉਹ ਪ੍ਰਾਪਤ ਕਰ ਰਿਹਾ ਹਾਂ, ਮੈਂ ਹੋਰ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਔਰ ਸਾਡਾ ਯਤਨ ਹਰ ਪੱਖ ਤੋਂ ਇਹ ਹੁੰਦਾ, ਸਮਾਜਿਕ ਪੱਖ, ਧਾਰਮਿਕ ਪੱਖ, ਰੂਹਾਨੀ ਪੱਖ, ਅਸੀਂ ਦੋਸ਼ੀ ਦੂਜੇ ਨੂੰ ਠਹਿਰਾਉਂਦੇ। ਇਸ ਕਰਕੇ ਸਾਨੂੰ ਰੱਬ ਨਹੀਂ ਮਿਲਿਆ, ਇਸ ਕਰਕੇ ਸਾਨੂੰ ਜੋ ਹੈ ਸਿੱਖੀ ਪ੍ਰਾਪਤ ਨਹੀਂ ਹੋਈ, ਇਸ ਕਰਕੇ ਅਸੀਂ ਸਿੱਖੀ ਤੋਂ ਦੂਰ ਚਲੇ ਗਏ। ਸੋ ਇਹ ਸਾਰੀਆਂ ਗੱਲਾਂ ਨੂੰ ਛੱਡ ਕੇ ਆਪਾਂ ਗੁਰੂ ਕੋਲੋਂ ਜੀਵਨ ਜਾਚ ਲੈ ਕੇ ਗੁਰੂ ਦੇ ਮੁਤਾਬਿਕ ਜੀਵਨ ਨੂੰ ਬਸਰ ਕਰੀਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਭੋ ਆਪੇ ਮਿਲੇ। ਸਾਰਿਆਂ ਦਾ ਧੰਨਵਾਦ ਜੀ, ਆਇਆਂ ਨੂੰ ਫਤਿਹ ਸਾਂਝ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।